ਮਿੱਟੀ ਦੇ ਨਾਲ ਮਿੱਟੀ ਹੋਵਾਂ। ਇੱਕ ਪਲ ਵੀ ਨਾ ਕਦੇ ਖਲੋਵਾਂ। ਮੈਂ ਮਿੱਟੀ ਦਾ ਜਾਇਆ। ਮੇਰੇ ਖੇਤ ਮੇਰੀ ਪਹਿਚਾਨ ਆ। ਉੱਲੂ ਕੋ ਮੈਂ ਤਾਂ ਇੱਕ ਕਿਸਾਨ ਆ। PTN 24 ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿਸਾਨ ਅੰਦੋਲਨ ਨੂੰ ਚੱਲਦਿਆਂ ਤੇ 300 ਤੋਂ ਵੱਧ ਗਿਣਤੀ ਹੋ ਗਈ ਆ ਜਿਹੜੇ ਸਾਡੇ ਕਿਸਾਨ ਵੀਰ ਜਿਹੜੇ ਆ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਆ, ਜਿਹੜੇ ਕਿਸੇ ਹਾਦਸੇ ਦੇ ਵਿੱਚ ਜਾਂ ਬਿਮਾਰ ਹੋ ਕੇ ਕਿਸੇ ਕਾਰਨ ਜਿਹੜੀ ਆ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ। ਬਹੁਤ ਸਾਰੇ ਕਿਸਾਨ ਪਰਿਵਾਰਾਂ ਤੱਕ ਅਸੀਂ ਪਹੁੰਚਣ ਦਾ ਯਤਨ ਕੀਤਾ ਪਰ ਸਰਕਾਰ ਵੱਲੋਂ ਜਾਂਚ ਏਜੰਸੀਆਂ ਵੱਲੋਂ ਸਾਡੇ ਕੰਮ ਦੇ ਵਿੱਚ ਬੜਾ ਵੱਡਾ ਵਿਘਨ ਪਾਇਆ ਜਾ ਰਿਹਾ। ਪਤਾ ਨਹੀਂ ਉਹ ਕਿਹੜੀ ਗੱਲ ਤੋਂ ਭੈਭੀਤ ਨੇ, ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਪਰਿਵਾਰਾਂ ਦੇ ਹੰਝੂ ਪੂੰਝਣ ਦਾ ਲਗਾਤਾਰ ਯਤਨ ਕਰ ਰਹੇ ਹਾਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ। ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੋਧੀਵਾਲਾ, ਜਿਹੜਾ ਕਿ ਤਹਿਸੀਲ ਜਗਰਾਵਾਂ 'ਚ ਪੈਂਦਾ। ਇੱਥੋਂ ਦਾ ਇੱਕ ਨੌਜਵਾਨ ਬਲਕਰਨ ਸਿੰਘ ਸਨ ਆਫ ਪਵਿੱਤਰ ਸਿੰਘ, ਜਿਹੜਾ ਕਿ 15 ਮਾਰਚ 2021 ਨੂੰ ਇੱਕ ਸੜਕ ਹਾਦਸੇ ਦੇ ਵਿੱਚ ਉਹਦੀ ਮੌਤ ਹੋ ਗਈ। ਅੰਦੋਲਨ ਦੇ ਲਈ ਉੱਥੇ ਚੱਲ ਰਹੇ ਜਿਹੜੇ ਸੇਵਾ ਕਾਰਜ ਆ ਉਹਨਾਂ ਦੇ ਵਿੱਚ ਬਾਲਣ ਤੇ ਹੋਰ ਲੰਗਰ ਦੀਆਂ ਰਸਤਾਂ ਜਿਹੜੀਆਂ ਨੇ ਉਹ ਲੈ ਕੇ ਜਾ ਰਿਹਾ ਸੀ। ਰਸਤੇ ਦੇ ਵਿੱਚ ਇੱਕ ਹਾਦਸਾ ਜਿਹੜਾ ਵਾਪਰਦਾ ਤੇ ਉਹ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ। ਸਰਦਾਰ ਬਲਕਰਨ ਸਿੰਘ ਦੇ ਪਿਤਾ ਜੀ ਸਰਦਾਰ ਪਵਿੱਤਰ ਸਿੰਘ ਜੀ ਦੇ 2 ਬੇਟੇ, ਇੱਕ ਬੇਟੀ ਹੈ। ਬੱਚਾ ਅਜੇ ਕੋਈ ਨਹੀਂ ਵਿਆਹਿਆ। ਨੌਜਵਾਨ ਬੱਚਾ ਜਿਹੜਾ ਕਿ 22 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਤੇ ਜਵਾਨ ਪੁੱਤਰਾਂ ਦੀ ਜਦੋਂ ਮੌਤ ਹੋ ਜਾਂਦੀ ਹੈ ਤੇ ਮਾਪਿਆਂ ਨਾਲ ਗੱਲ ਕਰਨੀ ਬੜੀ ਔਖੀ ਹੈ, ਪਰ ਫਿਰ ਵੀ ਸਾਡੀ ਸਤਿਗੁਰੂ ਨੇ ਕੋਈ ਡਿਊਟੀ ਐਸੀ ਲਾਈ ਹੈ ਤੇ ਅਸੀਂ ਆਪਣੇ ਫਰਜ਼ ਨਿਭਾਉਣ ਲਈ ਇਹਨਾਂ ਪਰਿਵਾਰਾਂ ਦੇ ਨਾਲ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਸਪੈਸ਼ਲ ਪਹੁੰਚੇ ਹਾਂ। ਸਰਦਾਰ ਪਵਿੱਤਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਾਨੂੰ ਬੇਹੱਦ ਅਫਸੋਸ ਹੈ ਜੀ, ਬਲਕਰਨ ਨੌਜਵਾਨ ਬੱਚਾ ਜਿਹੜਾ ਇਸ ਅੰਦੋਲਨ ਦੇ ਵਿੱਚ ਸੇਵਾ ਕਰਦਿਆਂ ਹੋਇਆ, ਹਿੱਸਾ ਲੈਂਦਿਆਂ ਹੋਇਆ ਉਹ ਅਕਾਲ ਚਲਾਣਾ ਕਰ ਗਿਆ, ਸ਼ਹੀਦ ਹੋ ਗਿਆ। ਕਿਉਂਕਿ ਅਸੀਂ ਸ਼ਹੀਦ ਹੀ ਮੰਨਦੇ ਹਾਂ ਇਹਨਾਂ ਨੂੰ। ਤੇ ਕੀ ਪਾਣਾ ਵਾਪਰਿਆ ਜੀ? ਬਾਜੀ ਇੱਥੋਂ ਪਿੰਡੋਂ ਵਧੀਆ ਜੀ ਆਸੇ ਕੁਝ ਦੀ ਇੱਥੋਂ ਟਰਾਲੀ ਤੋਰੀ ਸੀਗੀ ਜੀ ਤੇ ਬਾਲਣ ਸੀਗਾ 13 ਗੱਟੂ ਆਟੇ ਦੇ ਸੀਗੇ ਤੇ ਬਾਕੀ ਆਲੂ ਸੀਗੇ ਜੀ 3:40 ਤੇ ਅਸੀਂ ਜੀ ਇੱਥੋਂ ਘਰੋਂ ਤੋਰਿਆ ਸੀਗਾ ਉਹਨੂੰ ਤੇ ਬਸ ਜਾਣੀ ਕਿ 3:45 ਦੇ ਕਰੀਬ ਮੁਰਥਲ ਪਹੁੰਚਿਆ ਸੀਗਾ। ਸ਼ਾਮੀ ਕਿ ਸਵੇਰੇ ਮਨੇਰੇ? ਨਹੀਂ, ਤੜਕੇ ਹਾਂ। ਤੇ ਬਸ ਉੱਥੇ ਮੜੀ ਜੀ ਅੱਖੜੀ ਪਈ ਜੀ, ਬਸ ਕੰਬਲ ਲੋਟ ਕਰ ਲੱਗਿਆ ਸੀਗਾ ਤੇ ਜਾਨੋਂ ਮੂਹਰੇ ਅੱਖੜੀ ਆ ਗਈ ਤੇ ਟਾਇਰ ਉੱਪਰ ਦੀ ਲੰਘ ਗਿਆ ਜੀ ਉਹਦੇ। ਮੌਕੇ ਤੇ ਹੀ ਡੈਥ ਹੋਈ ਜਾਂ ਹਸਪੀਟਲ ਲੈ ਕੇ ਗਏ ਜੀ? ਅਸੀਂ ਮੇਰੇ ਦੋਸਤ ਸੀਗੇ ਜੀ ਉੱਥੇ, ਉਹਨਾਂ ਦੀਆਂ ਟੈਕਸੀਆਂ ਚੱਲਦੀਆਂ ਮਨਿੰਦਰਪਾਲ, ਤੇ ਉਹਨਾਂ ਦੇ ਮੁਰਥਲ ਜਾਣੀ ਮੰਨਤ ਵਾਲੇ ਜਿਹੜੇ ਹੋਟਲ ਵਾਲੇ ਆ ਉਹਨਾਂ ਨੇ ਪਾਣੀਪਤ ਦਾਖਲ ਕਰਾਇਆ ਸੀ ਤੇ ਆਪਣਾ ਫਿਰ ਅਸੀਂ ਇੱਕ ਦਿਹਾੜੀ ਉੱਥੇ ਰੱਖਿਆ ਜੀ। ਦੂਏ ਦਿਨ ਅਸੀਂ ਫਿਰ DMC ਲਿਆਂਦਾ ਸੀਗਾ ਜੀ, ਲੁਧਿਆਣੇ ਲੈ ਆਏ। ਹਾਂਜੀ, ਲੁਧਿਆਣੇ ਲਿਆਇਆ ਜੀ। ਬਸ ਜੀ 3 ਦਿਨ ਉੱਥੇ ਰਿਹਾ ਤੇ ਮਤਲਬ ਠੀਕ ਸੀ, ਗੱਲਬਾਤ ਕਰਦਾ ਸੀ, ਹੋਸ਼ ਪੂਰੀ ਜਮਾ ਸੀਗਾ ਜੀ। ਉਹਨੇ ਇੱਕ ਵੀ ਅੰਜੂ ਨਹੀਂ ਛੱਡਿਆ ਜੀ। ਉਹਨੇ ਇੱਕ ਵਾਰੀ ਉਹਨੇ ਮੈਨੂੰ ਨਹੀਂ ਕਿਹਾ, ਨਾ ਉਹਨੇ ਆਪਦੇ ਭਰਾ ਨੂੰ ਕਿਹਾ ਵੀ ਬਾਈ ਮੈਂ ਇੰਨਾ ਤੰਗ ਆ। ਅਸੀਂ ਹੋ ਗਿਆ ਮਾਰਨ ਤੱਕ, ਅਸੀਂ ਗਿਆ। ਇਹ ਸਾਨੂੰ ਨਹੀਂ ਸਮਝ ਲੱਗੀ ਵੀ ਉਹਦੇ ਕੀ ਕਿਰਪਾ ਸੀ, ਕਾਹਦੀ ਕਿਰਪਾ ਸੀ, ਪਰ ਉਹਨੇ ਇੱਕ ਹੰਝੂ ਨਹੀਂ ਛੱਡਿਆ ਵੀ ਉਹ ਡੈਡੀ ਮੈਂ ਔਖਾ ਵਾਂ। ਜੇ ਵਾਕਈ ਕਿਸੇ ਵੇਲੇ ਬੰਦਾ ਤਕਲੀਫ 'ਚ ਹੋਏ ਤੇ ਫਿਰ ਉਹ ਦੱਸਦਾ ਹੀ ਆ ਵੀ ਮੈਂ ਤੰਗ ਆ, ਜਾਂ ਮੇਰੇ ਲਈ ਕੋਈ ਟ੍ਰੀਟਮੈਂਟ ਦਾ ਪ੍ਰਬੰਧ ਕਰੋ, ਜਾਂ ਕੋਈ ਮੈਨੂੰ ਟੀਕਾ ਲਾਓ, ਚੰਗਾ ਦਵਾਈ ਦਿਓ। ਹਾਂਜੀ, ਨਹੀਂ ਜੀ ਉਹਨੇ ਨਹੀਂ ਕਿਹਾ। ਉਹ ਵਾਹ ਜੀ ਚੜ੍ਹਦੀ ਕਲਾ 'ਚ ਰਿਹਾ। ਮਤਲਬ ਆਖਰ ਵੇਲੇ ਤੱਕ ਤੁਹਾਨੂੰ ਲੱਗਦਾ ਨਹੀਂ ਸੀ ਵੀ ਇਹ ਭਾਣਾ ਵਾਪਰ ਜੂਗਾ? ਨਹੀਂ ਜੀ, ਨਹੀਂ, ਸਾਨੂੰ ਨਹੀਂ ਸੀ ਲੱਗਦਾ। ਚੰਗਾ ਭਲਾ ਗੱਲਾਂ ਬਾਤਾਂ ਕਰ ਰਿਹਾ ਬੰਦਾ, ਹੋਸ਼ 'ਚ ਆ। ਹਾਂਜੀ, ਕੋਈ ਸਿਰ ਦੀ ਸੱਟ ਨਹੀਂ? ਨਾ ਜੀ, ਨਾ ਕੋਈ ਸਿਰ ਦੀ ਸੱਟ ਨਹੀਂ।
ਬਾਹਰ ਵੀ ਆਪਦੇ ਦੋਸਤਾਂ ਨਾਲ ਉਹਨੇ ਫੋਨ ਤੇ WhatsApp ਤੇ ਗੱਲਬਾਤ ਕੀਤੀ ਸੀਗੀ ਤੇ ਬਈ ਕੋਈ ਨਾ ਮੈਂ ਹਫਤੇ 'ਚ ਠੀਕ ਹੋ ਜਾਣਾ ਤੇ ਆਪਾਂ ਆਨੰਦਪੁਰ ਚੱਲਾਂਗੇ। ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀਗੀ ਜੀ। ਹਾਂ ਸਦਾ ਪੁੱਤਰ ਸਿੰਘ ਜੀ, ਬੜਾ ਦੁੱਖ ਆ, ਪਰ ਵੇਖੋ 300 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਾਦਸਿਆਂ 'ਚ ਬਿਮਾਰ ਹੋ ਕੇ। ਸਰਕਾਰ ਦੀ ਸਿਹਤ 'ਤੇ ਕੋਈ ਅਸਰ ਹੀ ਨਹੀਂ। ਇਹ ਬਣ ਕੀ ਲਿਆ ਵਾ? ਕੀ ਤੁਹਾਨੂੰ ਲੱਗਦਾ ਵੀ ਕੋ ਆਊ ਸ਼ਰਮ ਸਰਕਾਰ ਨੂੰ ਕਿ ਅਜੇ ਇਹਦਾ ਇਰਾਦਾ ਹੋਰ ਲਾਸ਼ਾਂ ਗਿਣਨ ਦਾ? ਨਹੀਂ ਜੀ, ਇਹ ਸੰਘਰਸ਼ ਹੁਣ ਸਾਡੇ ਪ੍ਰਧਾਨ ਸਾਹਿਬ ਆਏ ਸੀਗੇ, ਉਹ ਰਣਨੀਤੀ ਅੱਜ ਭਗਤ ਸਿੰਘ ਦੀ ਬਰਸੀ ਵੀ ਮਨਾ ਰਹੇ ਆ, ਉਹ ਤੇ ਮੀਟਿੰਗ ਕਰ ਰਹੇ ਆ ਉਹ ਜੀ, ਤੇ ਬਈ ਉਹ ਸੰਘਰਸ਼ ਨੂੰ ਤੇਜ਼ ਕਰਨਗੇ, ਅੱਜ ਉਹ ਮੀਟਿੰਗ ਕਰਨਗੇ ਤੇ ਕੋਈ ਨਹੀਂ, ਸਫਲ ਹੋਵਾਂਗੇ। ਅਜੇ ਵੀ ਹੌਸਲੇ ਬੁਲੰਦ ਆ, ਕਿਤੇ ਮਨ ਕਿਸੇ ਗੱਲੋਂ ਢੱਠਾ ਤਾਂ ਨਹੀਂ ਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਵੀ ਹੱਕਾਂ ਲਈ ਅਜੇ ਵੀ ਲੜਾਈ ਜਾਰੀ ਰੱਖਣੀ ਹੈ? ਨਹੀਂ ਜੀ, ਜਾਰੀ ਰੱਖਾਂਗੇ, ਜਾਵਾਂਗੇ ਜੀ ਅਸੀਂ ਉੱਥੇ, ਕੋਈ ਚਿੰਤਾ ਨਹੀਂ ਗੀ। ਸਾਡਾ ਪੁੱਤ ਸ਼ਹੀਦ ਹੋ ਗਿਆ, ਇਸ ਕੰਮ ਲਈ ਪੂਰਾ ਸਾਥ ਦੇਵਾਂਗੇ ਜੀ, ਜਾਵਾਂਗੇ ਉੱਥੇ। ਜਿਹੜੇ ਲੋਕ ਸਮਝਦੇ ਨੇ ਕਿ ਸ਼ਾਇਦ ਕਿਸਾਨ ਥੋੜ੍ਹੇ ਢਿੱਲੇ ਪੈ ਗਏ ਨੇ ਜਾਂ ਅੰਦੋਲਨ ਦੇ ਵਿੱਚ ਕੁਛ ਕਮੀ ਆਈ ਆ ਜਾਂ ਕੋਈ ਢਿੱਲ ਮੱਠ ਆਈ ਆ, ਅੰਦਾਜ਼ਾ ਲਾ ਸਕਦੇ ਹੋ ਸਰਦਾਰ ਪੁੱਤਰ ਸਿੰਘ ਦੀ ਗੱਲ ਤੋਂ? ਜਵਾਨ ਪੁੱਤਰ ਦੀ ਮੌਤ ਹੈ ਔਰ ਅੱਜ ਭੋਗ ਆ, ਅੱਜ 23 ਮਾਰਚ ਆ, ਭਗਤ ਸਿੰਘ ਜੀ ਦਾ ਵੀ ਅੱਜ ਸ਼ਹੀਦੀ ਦਿਨ ਆ, ਤੇ ਇੱਕ ਬਾਪ ਦੇ ਹੌਸਲੇ ਕਿੰਨੇ ਬੁਲੰਦ ਆ ਕਿ ਭੋਗ ਪਾਉਣ ਤੋਂ ਬਾਅਦ ਫਿਰ ਉੱਥੇ ਡਟ ਕੇ ਆਪਣੇ ਹੱਕਾਂ ਲਈ ਲੜਨਾ, ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਾ। ਤੇ ਅਜੇ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਆ ਨਾ, ਰੱਬ ਦਾ ਵਾਸਤਾ ਜੇ ਇਹ ਗੱਲ ਕਿਸੇ ਇੱਕ ਦੀ ਨਹੀਂ ਜੇ, ਇਹ ਹੁਣ ਤੁਹਾਡੀ ਸਭ ਦੀ ਆ, ਤੁਹਾਡੀ ਸਭ ਦੀ ਆਪਣੀ ਆ, ਤੇ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਆ ਕੇ ਬੈਠੋ। ਜੇ ਸਰਕਾਰ ਜਿੱਦ ਕਰੀ ਬੈਠੀ ਹੈ, ਝੁਕਣਾ ਪੈਣਾ, ਅੱਜ ਨਹੀਂ ਕੱਲ੍ਹ ਝੁਕਣਾ ਪੈਣਾ। ਇਹ ਕਦੀ ਹੋਇਆ ਨਹੀਂ ਵੀ ਸਰਕਾਰਾਂ ਨਾ ਝੁਕਣ। ਇੱਥੇ ਮੁਗਲ ਹਕੂਮਤ ਆਈ, ਇੱਥੇ ਅੰਗਰੇਜ਼ ਲੋਕਾਂ ਨੇ ਰਾਜ ਕੀਤਾ, ਪਰ ਜਦੋਂ ਲੋਕ ਇਕੱਠੇ ਹੋ ਕੇ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਖੜ੍ਹ ਗਏ ਨੇ ਤੇ ਫਿਰ ਜਿੱਤਾਂ ਨਸੀਬ ਹੋਈਆਂ ਨੇ। ਇਹ ਕੁਛ ਵੱਖਰੇ ਨਹੀਂ ਗੇ, ਇਹਨਾਂ ਨੂੰ ਵੀ ਝੁਕਣਾ ਪੈਣਾ, ਪਰ ਤੁਹਾਡੇ ਸਾਥ ਦੀ ਬੜੀ ਲੋੜ ਹੈ। ਤੁਸੀਂ ਆਣ ਕੇ ਬੈਠੋ, ਇਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝੇ ਕਰੋ, ਇਹਨਾਂ ਮੁਸ਼ਕਲਾਂ ਦੇ ਵਿੱਚ ਇਹਨਾਂ ਦਾ ਸਾਥ ਦਿਓ, ਪਰ ਉੱਥੇ ਜ਼ਰੂਰ ਉੱਥੇ ਹੱਕ ਸੱਚ ਲਈ ਆ ਕੇ ਬੈਠੋ। ਤੁਹਾਡੀ ਹਾਜ਼ਰੀ ਬਹੁਤ ਵੱਡੇ ਮਾਇਨੇ ਰੱਖਦੀ ਆ। ਕਈ ਮਹੀਨੇ ਹੋ ਗਏ ਨੇ ਘਰਾਂ ਨੂੰ ਨਹੀਂ ਮੁੜੇ, ਕਈ ਸਾਡੇ ਲੀਡਰ, ਕਈ ਸਾਡੇ ਉੱਥੇ ਕਿਸਾਨ ਵੀਰ ਜਿਹੜੇ ਉੱਥੇ ਹੀ ਘਰ ਬਣਾ ਕੇ ਬਹਿ ਗਏ ਨੇ, ਪਰਿਵਾਰ ਸਮੇਤ ਬੱਚਿਆਂ ਸਮੇਤ ਚਲੇ ਗਏ ਨੇ। ਉਹ ਸਾਡੇ ਤੁਹਾਡੇ ਲਈ ਹਰ ਬੰਦੇ ਦੀ ਆਪਣੀ ਲੜਾਈ ਹੈ। ਜੇ ਇੱਥੋਂ ਕਿਤੇ ਵਾਪਸ ਮੁੜ ਆਏ ਤੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਹਿੰਦੁਸਤਾਨ ਦੇ ਵਿੱਚ ਕੀ ਹੋਣ ਵਾਲਾ ਹੈ। ਸਰਦਾਰ ਪੁੱਤਰ ਸਿੰਘ ਜੀ, ਬਲਕਰਨ ਦੀ ਮੌਤ 'ਤੇ ਕੋਈ ਸਰਕਾਰੀ ਅਧਿਕਾਰੀ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਦੁੱਖ ਸਾਂਝਾ ਕਰਨ ਆਇਆ ਹੋਵੇ? ਨਹੀਂ, ਆਏ ਸੀਗੇ ਜੀ, ਉਹਨਾਂ ਦਾ ਫੋਨ ਵੀ ਆਇਆ ਸੀਗਾ, ਉਹਨਾਂ ਨੇ ਮੇਰੇ ਤੋਂ ਉਹਨਾਂ ਦੀ ਉਮਰ ਬਾਰੇ ਪੁੱਛਿਆ ਸੀਗਾ ਜੀ, ਤੇ ਮੇਰੇ ਤੋਂ ਉਹਨਾਂ ਨੇ ਆ ਮੌਤ ਸਰਟੀਫਿਕੇਟ ਤੇ ਪੁਲਿਸ ਰਿਪੋਰਟ ਮੰਗੀ ਸੀ ਜੀ ਜੀ। ਹਾਂ, ਕੋਈ ਸ਼੍ਰੋਮਣੀ ਕਮੇਟੀ ਦਾ ਅਧਿਕਾਰੀ, ਸੇਵਾਦਾਰ? ਕਮੇਟੀ ਦਾ ਗਰੇਵਾਲ ਆਇਆ ਸੀਗਾ ਜੀ ਇੱਕ ਦਿਨ। ਅੱਛਾ। ਹਾਂ, ਕਿਉਂਕਿ SGPC ਵੱਲੋਂ ਵੀ 1 ਲੱਖ ਰੁਪਏ ਦੀ ਸੇਵਾ ਦਿੱਤੀ ਜਾ ਰਹੀ ਸ਼ਹੀਦ ਕਿਸਾਨਾਂ ਲਈ, ਉਹਨਾਂ ਵੱਲੋਂ ਕੋਈ ਗੱਲ ਹੋਈ? ਆਹੋ, ਜਣੇ ਆ ਕੇ ਗਏ ਸੀਗੇ ਜੀ, ਉਹ ਕਹਿੰਦੇ ਸੀਗੇ ਵੀ ਅਸੀਂ ਆਵਾਂਗੇ। ਹਾਂ, ਅੱਜ ਅਸੀਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਸਾਡੇ ਬੱਚੇ ਨੇ ਜੀ ਅਮਰੀਕਾ ਦੇ ਵਿੱਚ gofundme.com ਦੇ ਪਲੇਟਫਾਰਮ 'ਤੇ ਉਹਨਾਂ ਨੇ ਕੁਛ ਉੱਥੇ ਸੇਵਾ ਇਕੱਤਰ ਕੀਤੀ ਹੈ, ਅਤੇ ਸਾਡੀ ਇਹ ਡਿਊਟੀ ਲਾਈ ਹੈ ਕਿ ਸ਼ਹੀਦ ਹੋ ਚੁੱਕੇ ਕਿਸਾਨਾਂ ਦੇ ਘਰਾਂ 'ਚ ਪਹੁੰਚ ਕੇ 50-50 ਹਜ਼ਾਰ ਰੁਪਏ ਦੀ ਸੇਵਾ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਵੇ। ਛੋਟੀ ਜਿਹੀ ਰਕਮ ਆ, ਤੇ ਫਿਰ ਵੀ ਇੱਕ ਹਮਦਰਦੀ ਕਰਨ ਦਾ ਢੰਗ ਤਰੀਕਾ ਸਮਝ ਲਓ, ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦਾ ਸਮਝ ਲਓ ਕਿ ਇਹ 50,000 ਰੁਪਏ ਦੀ ਸੇਵਾ ਜਿਹੜੀ ਹੈ ਅੱਜ ਅਸੀਂ ਆਪ ਜੀ ਦੇ ਸਪੁਰਦ ਕਰਕੇ ਜਾਣੀ ਹੈ। ਪਰ ਬਲਕਰਨ ਸਿੰਘ ਨਹੀਂ ਮੋੜਿਆ ਜਾ ਸਕਦਾ, ਚਾਹੇ ਅਸੀਂ ਕਰੋੜਾਂ ਰੁਪਈਆਂ ਦੇ ਢੇਰ ਲਾ ਦਈਏ, ਪਰ ਫਿਰ ਵੀ ਇੱਕ ਇਨਸਾਨੀ ਫਰਜ਼ ਸਮਝਦੇ ਹੋਏ ਜਿਹੜਾ ਸੰਗਤ ਵੱਲੋਂ ਸੇਵਾ ਇਕੱਤਰ ਹੋਈ ਆ ਇਸ ਅੰਦੋਲਨ 'ਚ ਸ਼ਹੀਦ ਹੋਣ ਵਾਲੇ ਕਿਸਾਨਾਂ ਲਈ, ਉਹਦੇ ਲਈ ਅਸੀਂ ਅੱਜ ਇਹ ਇੰਨੀ ਕੁ ਸੇਵਾ ਜਿਹੜੀ ਆਪ ਜੀ ਦੇ ਸਪੁਰਦ ਕਰਾਂਗੇ। ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਵੱਲੋਂ ਵੀ 5-5 ਲੱਖ ਦੀ ਸੇਵਾ ਜਿਹੜੀ ਮਿਲ ਰਹੀ ਹੈ, ਸ਼੍ਰੋਮਣੀ ਕਮੇਟੀ ਵੱਲੋਂ ਵੀ ਹੋ ਰਹੀ ਹੈ ਸੇਵਾ। ਚਲੋ ਜਿੱਥੇ ਜੋ ਜਥੇਬੰਦੀਆਂ ਸੇਵਾ ਕਰ ਰਹੀਆਂ ਨੇ, ਕੁਛ ਹੋਰ ਵੀ ਵਿਦੇਸ਼ੀ ਸਾਡੇ ਭੈਣ ਭਰਾ ਨੇ, ਕੁਛ ਚੈਨਲਸ ਨੇ ਜਿਹੜੇ ਇਹਨਾਂ ਪਰਿਵਾਰਾਂ ਦੇ ਇਸ ਦੁੱਖ ਦੇ ਵਿੱਚ ਆਪਣੇ ਢੰਗ ਨਾਲ ਹਾਜ਼ਰੀ ਭਰ ਰਹੇ ਨੇ, ਉਹ ਜ਼ਰੂਰ ਇਹਨਾਂ ਪਰਿਵਾਰਾਂ ਤੱਕ ਪਹੁੰਚਣ। ਬਹੁਤ ਮਿਹਰਬਾਨੀ ਜੀ, ਕਿਉਂਕਿ ਹੁਣ ਭੋਗ ਦਾ ਟਾਈਮ ਹੋ ਗਿਆ ਜੀ, ਆਪਾਂ ਸਾਰੇ ਉੱਥੇ ਚੱਲਦੇ ਹਾਂ ਅਤੇ ਉੱਥੇ ਹੀ ਸਾਰੀ ਗੱਲਬਾਤ ਬਾਕੀ ਕਰਾਂਗੇ।
ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਉਸ ਵਿਛੜੀ ਰੂਹ ਨੂੰ, ਉਸ ਸ਼ਹੀਦ ਨੂੰ ਸ਼ਰਧਾਂਜਲੀ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਨੇ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਇਸ ਸੰਘਰਸ਼ ਦਾ ਜਦੋਂ ਵੀ ਕਦੇ ਇਤਿਹਾਸ ਦੇ ਵਿੱਚ ਜ਼ਿਕਰ ਆਵੇਗਾ, ਸਾਡੇ ਪਿਆਰੇ ਮਿੱਠੂ ਦਾ, ਸਾਡੇ ਪਿਆਰੇ ਬਲਕਰਨ ਦਾ ਨਾਂ ਹਮੇਸ਼ਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ। ਪੁੱਤ ਪਾ ਕੇ ਸ਼ਹੀਦੀ ਤੇਰਾ ਹੋ ਗਿਆ ਉਹ ਸਾਰੇ ਜੱਗ ਦਾ, ਹੁਣ ਰਹਾ ਨਹੀਂ ਕੱਲਾ ਪੁੱਤਰ ਤੇਰਾ, ਅਮੀਨੇ ਅਮਰ ਹੋ ਗਿਆ ਪੁੱਤ ਪਾ ਕੇ ਸ਼ਹੀਦੀ ਤੇਰਾ। ਅੱਜ 21ਵੀਂ ਸਦੀ ਵਿੱਚ ਪੂਰੇ ਵਿਸ਼ਵ ਦੇ ਮਹਾਨ ਅੰਦੋਲਨਾਂ ਵਿੱਚੋਂ ਇੱਕ ਮਹਾਨ ਕਿਸਾਨ ਅੰਦੋਲਨ ਵਿੱਚ ਆਪਣੇ ਬਜ਼ੁਰਗਾਂ ਨਾਲ, ਆਪਣੇ ਭਰਾਵਾਂ ਨਾਲ ਦਿਨ ਪਰ ਰਾਤ ਮੋਢੇ ਸੰਗ ਮੋਢਾ ਲਾ ਕੇ ਆਪਣੇ ਬਾਪ ਆਪਣੀ ਮਾਂ ਨੂੰ ਹੌਸਲਾ ਦੇ ਕੇ ਉਸ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਇਹ ਛੋਟਾ ਵੀਰ, ਜੋ ਅੱਜ ਪੰਜਾਬ ਲਈ ਨਹੀਂ, ਲੋਧੀਵਾਲ ਲਈ ਨਹੀਂ, ਭਾਰਤ ਲਈ ਨਹੀਂ, ਪੂਰੇ ਵਿਸ਼ਵ ਦੇ ਅੰਨਦਾਤਿਆਂ ਲਈ, ਸਮੁੱਚੀ ਮਨੁੱਖਤਾ ਲਈ ਸ਼ਹੀਦ ਬਣ ਗਿਆ, ਸ਼ਹੀਦ ਦਾ ਰੁਤਬਾ ਹਾਸਲ ਕਰ ਲਿਆ। ਅੱਜ ਅਸੀਂ ਸਾਰੇ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਛੋਟੇ ਵੀਰ ਕਾਕਾ ਬਲਕਰਨ ਸਿੰਘ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਕੱਠੇ ਹੋਏ ਹਾਂ। ਮੌਤ ਇੱਕ ਟਲ ਸੱਚਾਈ ਹੈ। ਜੋ ਵੀ ਇਨਸਾਨ ਇਸ ਸੰਸਾਰ ਦੇ ਵਿੱਚ ਆਇਆ ਉਸਨੇ ਇੱਕ ਨਾ ਇੱਕ ਦਿਨ ਜਾਣਾ ਹੈ, ਔਰ ਜਿਹੜੇ ਇਨਸਾਨ ਇਸ ਸੰਸਾਰ ਦੇ ਵਿੱਚ ਆ ਕੇ ਦੇਸ਼ ਦੀ ਖਾਤਰ, ਕੌਮ ਦੀ ਖਾਤਰ, ਆਪਣੇ ਹੱਕਾਂ ਦੇ ਲਈ ਲੜਦਿਆਂ ਕੁਰਬਾਨੀਆਂ ਦੇ ਜਾਂਦੇ ਨੇ, ਉਹਨਾਂ ਇਨਸਾਨਾਂ ਨੂੰ ਹਮੇਸ਼ਾ ਹੀ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਸਮੁੱਚੇ ਹੀ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਉਸ ਵਿਛੜੀ ਹੋਈ ਨੇਕੂ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਸੋ ਉਸੇ ਸੰਘਰਸ਼ ਦੇ ਵਿੱਚ ਆਪਣੀ ਜਾਨ ਦੀ ਗੁਰਤੀ ਦੇਣ ਵਾਲੇ ਸਾਡੇ ਬਹੁਤ ਪਿਆਰੇ ਵੀਰ ਬਲਕਰਨ ਸਿੰਘ ਸੰਧੂ, ਜਿਹੜੇ ਕਿ ਬਹੁਤ ਇੱਕ ਪਿਆਰਾ ਵੀਰ ਸੀ, ਬੜੇ ਜਜ਼ਬੇ ਵਾਲਾ ਨੌਜਵਾਨ ਸੀ, ਜਿਹੜਾ ਸਭ ਤੋਂ ਵਿਛੜ ਗਿਆ, ਇਸ ਸੰਘਰਸ਼ ਦੇ ਭੇਟ ਚੜ ਗਿਆ। ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ। ਸੋ ਅੱਜ ਉਸ ਦੁੱਖ ਦੇ ਵਿੱਚ ਮੈਂ ਬਹੁਤ ਛੋਟਾ ਜਿਹਾ ਸੇਵਾਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਤੁਹਾਡੇ ਦੁੱਖ ਵਿੱਚ ਸ਼ਾਮਲ ਹੋਇਆ। ਚਾਹੇ ਕਿ ਸਰਦਾਰ ਸਾਹਿਬ ਜਿਹੜੇ ਇਹਨਾਂ ਦੇ ਪਿਤਾ ਜੀ ਨੇ ਬੜੇ ਲੰਬੇ ਸਮੇਂ ਤੋਂ ਪਾਰਟੀ ਤੌਰ ਤੇ ਸੀ, ਉਹਨਾਂ ਦੇ ਨਾਲ ਘਰੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਅੱਜ ਅਸੀਂ ਛੋਟੇ ਵੀਰ ਬਲਕਰਨ ਸਿੰਘ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਹਾਂ। ਅਸੀਂ ਮਹਿਸੂਸ ਨਹੀਂ ਕਰ ਸਕਦੇ ਮਾਂ ਦਾ ਦਰਦ, ਪਿਤਾ ਦਾ ਦਰਦ, ਉਸ ਭੈਣ ਦਾ ਦਰਦ ਤੇ ਭਰਾ ਦਾ ਦਰਦ। ਪਰ ਕਹਿੰਦੇ ਆ ਦੁੱਖ ਵੰਡਣ ਨਾਲ ਘਟ ਜਾਂਦਾ ਤੇ ਖੁਸ਼ੀ ਵੰਡਣ ਨਾਲ ਵੱਧ ਜਾਂਦੀ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਵੱਖ-ਵੱਖ ਤਰੀਕੇ ਨਾਲ ਹਾਲਾਤਾਂ ਤੇ ਵੀ ਚਾਨਣਾ ਪਾਇਆ ਤੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਸਾਨੂੰ ਮਾਣ ਹੋਣਾ ਚਾਹੀਦਾ ਕਿ ਇਕੱਲਾ ਇੱਕ ਨਹੀਂ, ਸਾਰੇ ਦਾ ਸਾਰਾ ਪਰਿਵਾਰ ਉਸ ਲੜਾਈ ਦੇ ਵਿੱਚ ਨਿੱਤਰ ਰਿਹਾ। ਬਾਈ ਜੀ ਉੱਥੇ ਕਈ ਦਿਨ ਲੰਮਾ ਸੰਘਰਸ਼ ਦੇ ਵਿੱਚ ਰਹੇ ਆ, ਬਲਕਰਨ ਵੀ ਜਾਂਦਾ ਰਿਹਾ। ਵੀ ਸਾਰੇ ਦਾ ਸਾਰੇ ਪਰਿਵਾਰ ਦਾ ਆਪਦੇ ਹੱਕਾਂ ਦੀ ਲੜਾਈ ਵਾਸਤੇ ਤੁਰੇ ਰਹਿਣਾ ਇਹ ਕੋਈ ਛੋਟੀ ਗੱਲ ਨਹੀਂ। ਪਰਿਵਾਰ ਨੂੰ ਦੁੱਖ ਹੋਣਾ ਇੱਕ ਪਾਸੇ ਗੱਲ ਆ, ਪਰ ਸਾਨੂੰ ਸਾਡੇ ਵੀਰ ਤੇ ਮਾਣ ਆ, ਕਿਉਂਕਿ ਅਸੀਂ ਸ਼ਹਾਦਤਾਂ ਦੇਣ ਵਾਲਿਆਂ ਨੂੰ ਸਾਡੇ ਕੌਮ ਦੇ ਵਿੱਚ, ਸਾਡੇ ਧਰਮ ਦੇ ਵਿੱਚ ਬਹੁਤ ਉੱਚਾ ਸਮਝਦੇ ਆ, ਉੱਚਾ ਰੁਤਬਾ ਦਿੰਦੇ ਆ। ਆਪਣੇ ਪੁੱਤਰ ਬਲਕਰਨ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਇਆ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਜ਼ਿਆਦਾ ਟਾਈਮ ਤਾਂ ਨਹੀਂ ਲੈਂਦਾ, ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ 2 ਘੰਟੇ ਬਲਕਰਨ ਨਾਲ ਜੋ ਮੇਰਾ ਵਾਰਤਾਲਾਪ ਹੋਇਆ ਮੈਂ ਉਹਦੇ 'ਤੇ ਗੱਲ ਕਰੂੰਗਾ।
ਜਦੋਂ ਇਹ 12 ਤਰੀਕ ਨੂੰ ਇੱਥੋਂ ਗਏ ਆ ਤੇ ਪਾਣੀਪਤ ਕੋਲੇ ਜਦੋਂ ਉਹ ਐਕਸੀਡੈਂਟ ਹੁੰਦਾ ਤੇ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਆ ਇਹ ਇਹਨਾਂ ਨੂੰ ਉੱਥੇ ਪਾਣੀਪਤ ਭਰਤੀ ਕਰਾਉਂਦੇ ਆ ਤੇ ਆਪਣੇ ਕੋਲੇ ਜਦੋਂ ਫੋਨ ਸਵੇਰੇ ਆਉਂਦਾ ਕਿ ਉੱਥੇ ਇੱਕ ਨੌਜਵਾਨ ਦਾ ਰਾਤ ਐਕਸੀਡੈਂਟ ਹੋ ਗਿਆ ਤੇ ਫਲਾਣੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਮਿਲੋ, ਤਾਂ ਸਾਡੇ ਪੰਜਾਬ ਦੇ ਪ੍ਰਧਾਨ ਸਰਜੀਤ ਸਿੰਘ ਫੂਲ ਜੀ ਨੇ ਸਾਡੇ 2 ਸਾਥੀਆਂ ਦੀ ਡਿਊਟੀ ਲਾਈ। ਉਹਨਾਂ 'ਚ ਇੱਕ ਮੇਰੇ ਨਾਲ ਦੀ ਪਟਿਆਲੇ ਤੋਂ ਆਇਆ ਸੁਰਿੰਦਰ ਸਿੰਘ ਤੇ ਇੱਕ ਫਿਰੋਜ਼ਪੁਰ ਤੋਂ ਸਾਥੀ ਸੀਗੇ। ਉਹ ਪੈਸੇ ਦੇ ਕੇ ਉਹਨਾਂ ਨੂੰ ਭੇਜਿਆ ਤੇ ਹਾਲਤ ਦੇਖ ਕੇ ਉਹ ਸਾਥੀ ਦੀ ਤੇ ਕਿਵੇਂ ਆ ਤੇ ਉਹ ਮਿਲ ਕੇ ਆਏ ਤੇ ਉਹ ਬਹੁਤ ਵਧੀਆ ਹਾਲਤ 'ਚ ਸੀਗੇ। ਤੇ ਉਸ ਤੋਂ ਅਗਲੇ ਦਿਨ ਸਾਡੇ ਪ੍ਰਧਾਨ ਜੀ ਨੇ ਸਪੈਸ਼ਲ ਮੇਰੀ ਡਿਊਟੀ ਲਾਈ ਕਿ ਰਣਜੀਤ ਤੂੰ ਉਸ ਆਪਣੇ ਬੱਚੇ ਦੀ ਹਾਲਤ ਦੇਖ, ਕੀ ਉਹ ਉੱਥੇ ਠੀਕ ਹੈ ਜਾਂ ਫਿਰ ਆਪਾਂ ਉਹਨੂੰ ਪੀਜੀਆਈ ਲੈ ਕੇ ਜਾਈਏ ਜਾਂ ਫਿਰ ਆਪਾਂ ਨੂੰ ਕਿਸੇ ਹੋਰ ਹਸਪੀਟਲ 'ਚ ਵਧੀਆ 'ਚ ਲੈ ਕੇ ਜਾਈਏ ਜਿੱਥੇ ਕਿ ਅਸੀਂ ਆਪਣੇ ਇਸ ਬੱਚੇ ਦੀ ਜਾਨ ਆ ਜਿਹੜੀ ਬਚਾ ਸਕੀਏ। ਸੋ ਭਰਾਵੋ ਅਸੀਂ 8 ਵਜੇ ਉੱਥੇ ਹਸਪੀਟਲ ਦੇ ਵਿੱਚ ਪਹੁੰਚੇ ਤੇ ਜਦੋਂ ਅਸੀਂ ਬਲਕਰਨ ਨੂੰ ਮਿਲੇ ਤਾਂ ਬਲਕਰਨ ਫੋਨ ਤੇ ਰੁੱਝਿਆ ਹੋਇਆ ਸੀ ਪੂਰਾ ਤੇ ਉਹਦੇ ਕੋਲੇ ਗੱਲਾਂ ਬਾਤਾਂ ਕੀਤੀਆਂ, ਬੜਾ ਹੱਸਿਆ, ਮੈਂ ਹਸਾਇਆ, ਉਹਨੂੰ ਕਾਫੀ ਹਸਾਇਆ। ਤੇ ਉਸ ਤੋਂ ਬਾਅਦ ਜਿਹੜੇ ਸਾਥੀ ਗੁਰੀ ਉਹਦੇ ਨਾਲ ਸੀਗੇ ਚਾਹ ਪਾਣੀ ਪੀਤਾ ਤੇ ਅਸੀਂ ਸਲਾਹ ਕੀਤੀ ਵੀ ਹੁਣ ਇਸ ਤੋਂ ਬਾਅਦ ਆਪਾਂ ਕੀ ਕਰੀਏ, ਕਿਉਂਕਿ ਪਰਿਵਾਰ ਦਾ ਵੀ ਸੀਗਾ ਵੀ ਜਾਂ ਆਪਾਂ ਡੀਐਮਸੀ ਲੈ ਕੇ ਜਾਈਏ ਜਾਂ ਫਿਰ ਆਪਾਂ ਪੀਜੀਆਈ ਲੈ ਕੇ ਜਾਈਏ। ਸਾਡੇ ਵੱਲੋਂ ਪੂਰੀ ਖੁੱਲ੍ਹ ਸੀ ਵੀ ਜਿੱਧਰ ਪਰਿਵਾਰ ਕਹੂਗਾ ਅਸੀਂ ਉੱਧਰ ਹੀ ਭੇਜਾਂਗੇ। ਸੋ ਭਰਾਵੋ ਅਸੀਂ ਉੱਥੇ ਬੈਠ ਕੇ ਸਲਾਹ ਕੀਤੀ ਪਰਿਵਾਰ ਨੇ ਵੀ ਸਾਨੂੰ ਉੱਥੇ ਆਉਣਾ ਜਾਣਾ ਡੀਐਮਸੀ ਨੇੜੇ ਪਊਗਾ ਕਿ ਅਸੀਂ ਬੱਚੇ ਨੂੰ ਉੱਥੇ ਲੈ ਕੇ ਜਾਵਾਂਗੇ। ਸੇ ਭਰਾਵੋ ਅਸੀਂ 2 ਘੰਟੇ ਦੇ ਵਿੱਚ ਉੱਥੇ ਪੂਰੀ ਕਾਰਵਾਈ ਜਿਹੜੀ ਕਰਕੇ ਆ ਡਾਕਟਰਾਂ ਦੇ ਨਾਲ ਰਾਬਤਾ ਕਰਕੇ ਜਦੋਂ ਅਸੀਂ ਇਹਨਾਂ ਨੂੰ ਤੋਰਿਆ ਤਾਂ ਸਾਡੇ ਜਿਹੜੇ ਉੱਤੇ ਦਾ ਸਟਾਫ ਸੀਗਾ ਡਾਕਟਰਾਂ ਦਾ ਉਹਨਾਂ ਵੱਲੋਂ ਵੀ ਪੂਰਾ ਇਹ ਸੀਗਾ ਸਾਨੂੰ ਵਿਸ਼ਵਾਸ ਕਿ ਬੱਚਾ ਤੁਹਾਡਾ ਠੀਕ ਹੈ, 20-25 ਦਿਨਾਂ 'ਚ ਠੀਕ ਹੋ ਜਾਊਗਾ। ਜਦੋਂ ਅਸੀਂ ਇਹਨੂੰ ਤੁਰਿਆ ਬਾਏ ਕਰਕੇ ਗੱਡੀ ਤੋਰੀ ਆ ਸਾਨੂੰ ਉਦੋਂ ਵੀ ਐਵੇਂ ਦਾ ਕਿਤੇ ਸਾਡੇ ਸੁਪਨੇ 'ਚ ਵੀ ਨਹੀਂ ਸੀ ਆਉਂਦਾ ਕਿ ਬਲਕਰਨ ਸਾਡੇ ਤੋਂ 2 ਦਿਨਾਂ ਬਾਅਦ ਇਹ ਵਿਛੜ ਜਾਊਗਾ। ਅਸੀਂ ਅਗਲੇ ਦਿਨ ਫੇਰ ਸ਼ਾਮ ਨੂੰ ਗੁਰੀ ਨੂੰ ਸਾਥੀ ਨੂੰ ਫੋਨ ਕੀਤਾ ਵੀ ਕਿਵੇਂ ਆ ਬਲਕਰਨ ਦਾ ਹਾਲ ਤੇ ਉਹਨੇ ਸਾਨੂੰ ਬੜਾ ਵਧੀਆ ਵਿਸ਼ਵਾਸ ਦਿਵਾਇਆ ਕਿ ਅੱਜ ਸਰਜਰੀ ਕਰਨੀ ਸੀ, ਡਾਕਟਰਾਂ ਨੇ ਅੱਜ ਨਹੀਂ ਕੀਤੀ ਤੇ ਕੱਲ ਨੂੰ ਜਾਂ ਅਗਲੇ ਦਿਨ ਕਰਨਗੇ। ਸੋ ਭਰਾਵੋ ਅਗਲੇ ਦਿਨ ਜਿਹੜਾ ਇਹ ਭਾਣਾ ਵਾਪਰ ਚੁੱਕਿਆ ਤੇ ਹੁਣ ਇੱਥੇ ਦੱਸ ਕੇ ਗਏ ਆ ਕਿ ਇਸ ਘੋਲ ਦੇ ਵਿੱਚ 300 ਤੋਂ ਵੱਧ ਜਿਹੜੀਆਂ ਲਾਸ਼ਾਂ ਨੇ ਜਿਹੜੀਆਂ ਸਾਡੀਆਂ ਪੰਜਾਬ ਦੇ ਵਿੱਚ ਆਈਆਂ ਨੇ। ਜਦੋਂ ਤੱਕ ਅਸੀਂ ਇਹ ਲਾਸ਼ਾਂ ਦੇ ਜ਼ਿੰਮੇਵਾਰ ਬੰਦਿਆਂ ਨੂੰ ਨੰਗੇ ਨਹੀਂ ਕਰਾਂਗੇ ਸਮਾਜ ਦੇ ਵਿੱਚ ਉਦੋਂ ਤੱਕ ਇਹੋ ਜਿਹੇ ਜਿਹੜੇ ਕਾਲੇ ਕਾਨੂੰਨ ਨੇ ਇਹ ਬਣਦੇ ਵੀ ਰਹਿਣਗੇ, ਸਾਡੇ ਤੇ ਲਾਗੂ ਵੀ ਰਹਿਣਗੇ ਤੇ ਸਾਡੀਆਂ ਜਿਹੜੀਆਂ ਲਾਸ਼ਾਂ ਨੇ ਨੌਜਵਾਨਾਂ ਦੀਆਂ ਇਹ ਉਦੋਂ ਤੱਕ ਇਹ ਬਰਕਰਾਰ ਰਹਿਣਗੀਆਂ, ਆਉਂਦੀਆਂ ਰਹਿਣਗੀਆਂ। ਸਾਨੂੰ ਇਹਨਾਂ ਕਾਤਲਾਂ ਨੂੰ ਪਛਾਣਨਾ ਪਊਗਾ ਕਿ ਇਹਨਾਂ ਦੇ ਕਾਤਲ ਕੌਣ ਨੇ ਸਾਡੇ ਇਹਨਾਂ ਨੌਜਵਾਨਾਂ ਦੇ।